ਪਾਠ ਨੰਬਰ 14 ਗੁਪਤ ਸਮਰਾਜ 300 ਈਸਵੀ ਤੋਂ ਲੈ ਕੇ 600 ਈਸਵੀ ਤੱਕ। 300 ਈਸਵੀ ਵਿੱਚ ਕੁਸ਼ਾਨਾਂ ਦੇ ਪਤਨ ਦੇ ਨਾਲ ਉੱਤਰੀ ਭਾਰਤ ਕਈ ਛੋਟੇ ਛੋਟੇ ਸੁਤੰਤਰ ਰਾਜਾਂ ਵਿੱਚ ਵੰਡਿਆ ਗਿਆ। ਜਿਵੇਂ ਕਿ ਮੌਰੀਆ ਵੰਸ਼ ਤੋਂ ਪਹਿਲਾਂ ਭਾਰਤ ਕਈ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ, ਬਿਲਕੁਲ ਉਸੇ ਤਰ੍ਹਾਂ ਮੌਰੀਆ ਕਾਲ ਦਾ ਮੌਰੀਆ ਵੰਸ਼ ਦਾ ਖਾਤਮਾ ਹੋਇਆ, ਸੁੰਗ ਵੰਸ਼ ਆਇਆ, ਫਿਰ ਵਿਦੇਸ਼ੀ ਹਮਲਾਵਰ ਆਏ ਜਿਨ੍ਹਾਂ ਦੇ ਵਿੱਚ ਸ਼ਕ, ਪੱਲਵ, ਕੁਸ਼ਾਨ ਅਤੇ 300 ਈਸਵੀ ਵਿੱਚ ਕੁਸ਼ਾਨਾਂ ਦੇ ਪਤਨ ਨਾਲ ਉੱਤਰੀ ਭਾਰਤ ਵਿੱਚ ਛੋਟੇ ਛੋਟੇ ਸੁਤੰਤਰ ਰਾਜ ਹੋਂਦ ਵਿੱਚ ਆ ਗਏ। ਇਹਨਾਂ ਵਿੱਚੋਂ ਇੱਕ ਅਜਿਹਾ ਰਾਜ ਪੂਰਬੀ ਉੱਤਰ ਪ੍ਰਦੇਸ਼ ਵਿੱਚ ਗੁਪਤਿਆਂ ਦਾ ਸੀ, ਜਿਹੜਾ ਕਿ ਮਹਾਰਾਜ ਗੁਪਤ ਨੇ ਸਥਾਪਿਤ ਕੀਤਾ ਸੀ। ਤਾਂ ਗੁਪਤ ਵੰਸ਼ ਦੀ ਸਥਾਪਨਾ ਕੀਤੀ ਸੀ ਮਹਾਰਾਜਾ ਗੁਪਤ ਨੇ। ਉਸ ਦਾ ਪੋਤਰਾ ਚੰਦਰਗੁਪਤ ਪਹਿਲਾ, ਉਸ ਦਾ ਪੋਤਾ ਚੰਦਰਗੁਪਤ ਪਹਿਲਾ। ਜੇਕਰ ਮੌਰੀਆ ਵੰਸ਼ ਕਰੀਏ ਤਾਂ ਚੰਦਰਗੁਪਤ ਮੌਰੀਆ ਸੀ ਅਤੇ ਚੰਦਰਗੁਪਤ ਪਹਿਲਾ ਇਸ ਵੰਸ਼ ਦਾ ਪਹਿਲਾ ਵਰਣਨਯੋਗ ਰਾਜਾ ਸੀ। ਭਾਵ ਜੋ ਇਸ ਤੋਂ ਪਹਿਲਾਂ ਰਾਜੇ ਹੋਏ, ਪਹਿਲਾਂ ਮਹਾਰਾਜਾ ਗੁਪਤ, ਉਸ ਤੋਂ ਬਾਅਦ ਹੋਏ, ਪਰ ਇੰਨੇ ਫੇਮਸ ਨਹੀਂ ਸਨ ਜਿੰਨਾ ਕਿ ਪਹਿਲਾ ਫੇਮਸ ਰਾਜਾ ਹੋਇਆ ਚੰਦਰਗੁਪਤ ਪਹਿਲਾ, ਜਿਹੜਾ 319 ਈਸਵੀ ਵਿੱਚ ਸਿੰਘਾਸਣ 'ਤੇ ਬੈਠਾ। ਉਸਨੇ ਲਿਸ਼ਵੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਵਿਆਹ ਕੀਤਾ ਅਤੇ ਆਪਣੇ ਰਾਜ ਵਿੱਚ ਮਗਧ ਨੂੰ ਮਿਲਾ ਕੇ ਇਸ ਦਾ ਵਿਸਤਾਰ ਕੀਤਾ। ਜਿਵੇਂ ਕਿ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ 600 ਈਸਵੀ ਪੂਰਵ ਵਿੱਚ ਮਗਧ ਸਮਰਾਜ ਇੱਕ ਸ਼ਕਤੀਸ਼ਾਲੀ ਮਹਾਜਨਪਦ ਦੇ ਰੂਪ ਵਿੱਚ ਇਸ ਦਾ ਵਿਸਤਾਰ ਹੋਇਆ ਸੀ। ਹਰਿਅੰਕ ਵੰਸ਼ ਬਿੰਬੀਸਾਰ ਦੇ ਅਧੀਨ ਇਸ ਦਾ ਵਿਸਤਾਰ ਹੋਇਆ। ਉਸ ਦਾ ਪੁੱਤਰ ਸੀ ਅਜਾਤਸ਼ਤਰੂ ਅਤੇ ਫਿਰ ਉਸ ਤੋਂ ਬਾਅਦ ਸ਼ਿਸ਼ੂਨਾਗ ਨੇ ਸ਼ਿਸ਼ੂਨਾਗ ਵੰਸ਼ ਦੀ ਨੀਂਹ ਰੱਖੀ ਸੀ। ਫਿਰ ਨੰਦ ਵੰਸ਼, ਫਿਰ ਚੰਦਰਗੁਪਤ ਮੌਰਿਆ ਨੇ ਆਪਣੇ ਗੁਰੂ ਚਾਣਕਿਆ ਨਾਲ ਮਿਲ ਕੇ ਨੰਦ ਵੰਸ਼ ਦਾ ਖਾਤਮਾ ਕੀਤਾ ਸੀ ਅਤੇ ਮੌਰੀਆ ਵੰਸ਼ ਦੀ ਨੀਂਹ ਰੱਖੀ ਸੀ। ਹੁਣ ਫਿਰ ਕੀ ਹੋਇਆ ਤਾਂ ਮਗਧ ਰਾਜ ਨੂੰ, ਜਿਹੜਾ ਪ੍ਰਾਚੀਨ ਇਤਿਹਾਸ ਹੈ, ਲਗਭਗ ਇਹ ਬਿਹਾਰ, ਵਰਤਮਾਨ ਪਟਨਾ, ਪਾਟਲੀਪੁੱਤਰ ਦੇ ਇਰਦ ਗਿਰਦ ਹੀ ਘੁੰਮਦਾ ਹੈ। ਉੱਧਰੋਂ ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ। ਉੱਤਰ ਪ੍ਰਦੇਸ਼ ਅਤੇ ਬਿਹਾਰ, ਇਹ ਦੋ ਰਾਜਾਂ ਦੇ ਇਰਦ ਗਿਰਦ ਘੁੰਮਦਾ ਸਾਡਾ ਪ੍ਰਾਚੀਨ ਇਤਿਹਾਸ ਸਾਰਾ ਦਾ ਸਾਰਾ। ਕਿਉਂਕਿ ਜਦੋਂ ਸਿੰਧ ਘਾਟੀ ਸੱਭਿਅਤਾ ਸੀ, ਉਹ ਸਿੰਧ ਨਦੀ ਦੇ ਕੰਢੇ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਕੰਢੇ 'ਤੇ ਪ੍ਰਫੁੱਲਿਤ ਹੋਈ ਸੀ। ਪਰ ਜਦੋਂ ਸਿੰਧ ਘਾਟੀ ਸੱਭਿਅਤਾ ਦਾ ਖਾਤਮਾ ਹੋਇਆ ਸੀ, ਫਿਰ ਆਰਿਆ ਵੈਦਿਕ ਕਾਲ ਆਇਆ ਸੀ ਅਤੇ ਇਸ ਦੇ ਨਾਲ ਫਿਰ ਉੱਤਰੀ ਭਾਰਤ ਵਿੱਚ ਜੋ ਸਾਡੇ ਗੰਗਾ ਦਾ ਇਲਾਕਾ ਸੀ, ਉੱਧਰ ਇਹ ਸਭਿਅਤਾਵਾਂ ਦਾ ਇਹ ਵੰਸ਼ ਪ੍ਰਫੁੱਲਿਤ ਹੋਏ ਸਨ। ਤਾਂ ਅਸੀਂ ਪੜ੍ਹਿਆ ਵੀ ਪੂਰਬੀ ਉੱਤਰ ਪ੍ਰਦੇਸ਼ ਵਿੱਚ ਗੁਪਤਿਆਂ ਦਾ ਸੀ। ਲਿਸ਼ਵੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਉਸਨੇ ਵਿਆਹ ਕੀਤਾ ਸੀ। ਆਪਣੇ ਰਾਜ ਵਿੱਚ ਮਗਧ ਨੂੰ ਮਿਲਾ ਕੇ ਇਸ ਦਾ ਵਿਸਤਾਰ ਕੀਤਾ ਸੀ। ਉਸ ਦਾ ਪੁੱਤਰ ਸਮੁੰਦਰਗੁਪਤ ਇਸ ਵੰਸ਼ ਦਾ ਸਭ ਤੋਂ ਮਹਾਨ ਜੇਤੂ ਸੀ। ਜਿਵੇਂ ਕਿ ਨਾਮ ਤੋਂ ਹੀ ਪਤਾ ਗਾ, ਸਮੁੰਦਰ ਕੀ ਹੁੰਦਾ ਗਾ? ਬਹੁਤ ਵੱਡਾ। ਅਸੀਂ ਕਹਿੰਦੇ ਮੇਰਾ ਦਿਲ ਦਰਿਆ ਹੈ, ਤਾਂ ਦਰਿਆ ਤੋਂ ਵੀ ਵੱਡਾ ਸਮੁੰਦਰ। ਤਾਂ ਜੇਕਰ ਕੁਐਸਚਨ ਆ ਜਾਏ ਵੀ ਸਭ ਤੋਂ ਮਹਾਨ ਜੇਤੂ ਕਿਹੜਾ ਹੋਇਆ ਗੁਪਤ ਵੰਸ਼ ਦਾ, ਤਾਂ ਨਾਂ ਤੋਂ ਹੀ ਪਤਾ ਲੱਗ ਜੂਗਾ ਕਿ ਸਮੁੰਦਰ ਬੜਾ ਵੱਡਾ, ਸਮੁੰਦਰਗੁਪਤ ਜੇਤੂ ਹੋਇਆ। ਮਹਾਨ ਗੁਪਤ ਸ਼ਾਸਕ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ, ਦੇਖੋ ਚੰਦਰਗੁਪਤ ਪਹਿਲਾ, ਉਸਨੇ 319 ਈਸਵੀ 'ਚ ਰਾਜ ਕੀਤਾ। ਫਿਰ ਉਸ ਦਾ ਪੁੱਤਰ ਸੀਗਾ ਸਮੁੰਦਰਗੁਪਤ। ਸਮੁੰਦਰਗੁਪਤ ਨੂੰ ਉਸਦੇ ਪਿਤਾ ਚੰਦਰਗੁਪਤ ਨੇ ਗੱਦੀ 'ਤੇ ਬੈਠਣ ਲਈ ਚੁਣਿਆ ਸੀ। ਲਗਭਗ 35 ਸਾਲਾਂ ਦੇ ਆਪਣੇ ਕਾਰਜਕਾਲ ਵਿੱਚ ਉਸਨੇ ਸਾਰੇ ਰਾਜਿਆਂ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਿਆ ਸੀ। ਜਿਸ ਤਰ੍ਹਾਂ ਚੰਦਰਗੁਪਤ ਮੌਰਿਆ ਨੇ ਪੂਰੇ ਭਾਰਤ ਨੂੰ ਇਕਜੁੱਟ ਕੀਤਾ ਸੀ, ਇੱਕ ਸੂਤ ਦੇ ਨੱਕੇ ਥਾਈਂ ਕੱਢਿਆ ਸੀ। ਇਸੇ ਤਰ੍ਹਾਂ ਸਮੁੰਦਰਗੁਪਤ ਨੇ ਜੋ ਉਸਦੇ ਆਂਢੀ ਗੁਆਂਢੀ ਰਾਜੇ ਸੀ, ਸਾਰਿਆਂ ਨੂੰ ਹਰਾ ਕੇ ਆਪਣੇ ਅਧੀਨ ਕਰ ਲਿਆ ਸੀ। ਉਸ ਦੀਆਂ ਸਫਲਤਾਵਾਂ ਦਾ ਵਰਣਨ ਉਸਦੇ ਰਾਜ ਕਵੀ ਹਰੀਸੈਨ, ਉਹਦਾ ਰਾਜ ਕਵੀ ਹੋਇਆਗਾ ਹਰੀਸੈਨ ਨੇ ਇਲਾਹਾਬਾਦ ਵਿਖੇ ਸਤੰਭ ਲੇਖ ਵਿੱਚ ਕੀਤਾ ਹੈ। ਜਿਵੇਂ ਕਿ ਅਸੀਂ ਪਾਠ ਨੰਬਰ 7 ਵਿੱਚ ਪੜ੍ਹਿਆ ਸੀਗਾ ਕਿ ਸਕੰਦਗੁਪਤ ਅਤੇ ਸਮੁੰਦਰਗੁਪਤ ਨੇ ਆਪਣੀਆਂ ਜਿੱਤਾਂ ਨੂੰ ਪੱਥਰ ਦੇ ਸਤੰਭਾਂ ਉੱਤੇ ਲਿਖਵਾ ਦਿੱਤਾ ਸੀ, ਤਾਂ ਉਹੀ ਇਹ ਸਮੁੰਦਰਗੁਪਤ ਹੈ
ਜੋ ਜਿਸ ਦੇ ਬਾਰੇ ਅਸੀਂ ਪਾਠ ਨੰਬਰ 7 ਦੇ ਵਿੱਚ ਕੀਤਾ ਸੀ। ਤਾਂ ਉਸ ਦਾ ਰਾਜ ਕਵੀ ਸੀਗਾ ਹਰੀ ਸੈਨ। ਤਾਂ ਦੇਖੋ, ਜੇ ਯਾਦ ਕਰਨਾ ਗਾ ਹਰੀ, ਤਾਂ ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਵੀ ਜੋ ਪਰਮਾਤਮਾ ਹੈ, ਜੋ ਹਰੀ ਹੈ, ਉਸ ਦਾ ਹਰ ਥਾਂ 'ਤੇ ਵਾਸ ਹੈ। ਤਾਂ ਹਰੀ ਨੂੰ ਪਾਉਣ ਦੇ ਲਈ ਤਾਂ ਸਾਨੂੰ ਇਸ ਭਵ ਸਾਗਰ, ਇਸ ਸਮੁੰਦਰ ਰੂਪੀ ਦੁਨੀਆ ਦਾ ਜੋ ਅਥਾਹ ਭੰਡਾਰ ਹੈ, ਉਸ ਦੇ ਵਿੱਚ ਡੁਬਕੀ ਤਾਂ ਲਾਉਣੀ ਪਵੇਗੀ। ਜਾਂ ਇੱਕ ਕਹਾਵਤ ਹੈ, ਜਿਨ ਖੋਜਾ ਤਿਨ ਪਾਇਆ, ਡੂੰਘੇ ਪਾਣੀ ਬੈਠ। ਭਾਵ ਜੇਕਰ ਪਰਮਾਤਮਾ ਨੂੰ ਪਾਉਣਾ, ਆਪਣੇ ਆਪ ਨੂੰ ਪਾਉਣਾ, ਤਾਂ ਸਮੁੰਦਰ ਦੇ ਵਿੱਚ ਡੁਬਕੀ ਤਾਂ ਮਾਰਨੀ ਪਵੇਗੀ। ਤਾਂ ਹਰੀ ਨੂੰ ਪਾਉਣਾ ਤਾਂ ਸਮੁੰਦਰ ਨਾਲ ਜੋੜ ਸਕਦੇ ਹਾਂ ਅਸੀਂ ਹਰੀ। ਤਾਂ ਉਸਦਾ ਰਾਜ ਕਵੀ ਸੀਗਾ ਹਰੀ ਸੈਨ ਨੇ ਇਲਾਹਾਬਾਦ, ਜੋ ਕਿ ਉੱਤਰ ਪ੍ਰਦੇਸ਼ ਵਿੱਚ ਹੈ, ਵਿਖੇ ਸਤੰਭ ਲੇਖ ਵਿੱਚ ਉਸ ਦੀਆਂ ਜੋ ਜਿੱਤਾਂ ਸੀ ਉਸ ਦਾ ਵਰਣਨ ਕੀਤਾ। ਇਹ ਗੁਪਤ ਸਾਮਰਾਜ ਦਾ ਪੂਰਾ ਨਕਸ਼ਾ ਹੈ, ਜਿਸ ਦੇ ਬਾਰੇ ਇੱਕ ਵੱਖਰੀ ਵੀਡੀਓ ਰਾਹੀਂ ਪੂਰਾ ਕੱਲੀ ਚੀਜ਼ ਸਮਝਾਈ ਜਾਵੇਗੀ। ਇਸ ਤੋਂ ਜੋ ਇੱਕ ਵੱਖਰੀ ਵੀਡੀਓ ਬਣੇਗੀ। ਸਮੁੰਦਰ ਗੁਪਤ ਨੇ ਉੱਤਰੀ ਭਾਰਤ, ਜਿਸ ਨੂੰ ਆਰਿਆਵਰਤ ਕਿਹਾ ਜਾਂਦਾ ਸੀ, ਦੇ 8 ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਵਿੱਚ ਮਿਲਾ ਲਿਆ। ਸਮੁੰਦਰ ਗੁਪਤ ਨੇ ਉੱਤਰੀ ਭਾਰਤ, ਉਸ ਸਮੇਂ ਉੱਤਰੀ ਭਾਰਤ ਨੂੰ ਆਰਿਆਵਰਤ ਕਿਹਾ ਜਾਂਦਾ ਸੀ, ਕਿਉਂਕਿ ਆਰਿਆ ਦਾ ਦੇਸ਼, ਦੇ 8 ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਵਿੱਚ ਮਿਲਾ ਲਿਆ। ਉਸਨੇ ਦੱਖਣੀ ਭਾਰਤ ਉੱਤੇ ਚੜ੍ਹਾਈ ਕਰਕੇ 12 ਰਾਜਿਆਂ ਨੂੰ ਹਰਾਇਆ। ਇਹ ਗੱਲ ਯਾਦ ਰੱਖਣੀ ਆ ਕਿ ਉੱਤਰੀ ਭਾਰਤ ਦੇ 12 ਰਾਜਿਆਂ ਨੂੰ ਹਰਾ ਕੇ ਉਹਨਾਂ ਦੇ ਰਾਜ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਸੀ। ਦੱਖਣੀ ਭਾਰਤ ਦੇ 12 ਰਾਜੇ ਸੀ, ਪਰੰਤੂ ਉਸ ਦੀ ਅਧੀਨਤਾ ਮੰਨਣ ਤੋਂ ਬਾਅਦ ਉਸਨੇ ਉਹਨਾਂ ਦੇ ਰਾਜ ਉਹਨਾਂ ਨੂੰ ਵਾਪਸ ਕਰ ਦਿੱਤੇ ਸਨ। ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਹਰਾਇਆ ਸੀ, ਪਰ ਉਹਨਾਂ ਦੇ ਰਾਜ ਆਪਣੇ ਰਾਜ ਵਿੱਚ ਨਹੀਂ ਮਿਲਾਏ ਸਨ, ਕਿਉਂਕਿ ਇਹ ਬੜਾ ਸਮਝਦਾਰ ਸੀ। ਇਸ ਨੂੰ ਪਤਾ ਸੀ ਜੇਕਰ ਇਹਨਾਂ ਦੇ ਰਾਜ ਨੂੰ ਵੀ ਆਪਣੇ ਰਾਜ ਵਿੱਚ ਮਿਲਾ ਲਿਆ ਤਾਂ ਇਸ ਦਾ ਜੋ ਸ਼ਾਸਨ ਕਰਨ ਦਾ ਇਲਾਕਾ ਉਹ ਕਾਫੀ ਵੱਡਾ ਹੋ ਜਾਏਗਾ, ਜਿਸ ਕਰਕੇ ਇਸ ਦੇ ਵਿਰੁੱਧ ਬਗਾਵਤਾਂ ਹੋਣਗੀਆਂ ਅਤੇ ਇਸ ਨੂੰ ਇੰਨਾ ਪ੍ਰਬੰਧ ਕਰਨਾ ਵੀ ਔਖਾ ਹੋਵੇਗਾ। ਤਾਂ ਇਸ ਨੇ ਕੀ ਕੀਤਾ, ਉਹਨਾਂ 12 ਰਾਜਿਆਂ ਨੇ ਇਸ ਦੀ ਅਧੀਨਤਾ ਸਵੀਕਾਰ ਕਰ ਲਈ ਅਤੇ ਉਹਨਾਂ ਦੇ ਕੋਲੋਂ ਇਹ ਸਾਲਾਨਾ ਜੋ ਧਨ ਰਾਸ਼ੀ ਸੀ ਉਹ ਲੈਣੀ ਇਸ ਨੇ ਕਬੂਲ ਕਰ ਲਈ ਸੀ। ਹੋਰ ਕਈ ਸਰਹੱਦੀ ਰਾਜਾਂ ਅਤੇ ਗਣਤੰਤਰ ਰਾਜਾਂ ਨੇ ਉਸ ਦੀ ਅਧੀਨਤਾ ਸਵੀਕਾਰ ਕਰ ਲਈ। ਇਹਨਾਂ ਵਿੱਚੋਂ ਪੰਜਾਬ ਦੇ ਮਦਰਕ ਅਤੇ ਪੰਜਾਬ ਅਤੇ ਹਰਿਆਣਾ ਦੇ ਜੁਦੇ ਵੀ ਸ਼ਾਮਲ ਸਨ। ਕੁਝ ਵਿਦੇਸ਼ੀ ਤਾਕਤਾਂ ਨੇ, ਜਿਵੇਂ ਪੱਛਮੀ ਭਾਰਤ ਦੇ ਸ਼ੱਕ, ਅਸੀਂ ਪਹਿਲਾਂ ਕੀਤਾ ਸੀ ਸ਼ੱਕ। ਜੋ ਸ਼ੱਕ ਸੀ, ਅਸੀਂ ਕਿਹਾ ਸੀ ਜਿੰਨਾ ਮਰਜ਼ੀ ਮੱਥਾ ਮਾਰ ਲਓ, ਜਿੰਨਾ ਮਰਜ਼ੀ ਉੱਤਰ ਦੇ ਜਾਵੇ, ਪਰ ਜੋ ਸ਼ੱਕ ਹੋ ਗਿਆ, ਸ਼ੱਕ ਬੜਾ ਮਾੜਾ ਹੁੰਦਾ। ਤਾਂ ਉਹਨਾਂ ਦਾ ਪਹਿਲਾਂ ਕਿੱਥੇ ਸੀਗਾ, ਪਹਿਲਾਂ ਸੀਗਾ ਪੱਛਮੀ, ਉਹਨਾਂ ਦਾ ਜੋ ਅਧਿਕਾਰ ਖੇਤਰ ਸੀ ਸ਼ੁਰੂ ਵਿੱਚ ਉਹ ਸੀ ਪੰਜਾਬ, ਉੱਤਰ ਪ੍ਰਦੇਸ਼ ਦਾ ਮੱਥਾ ਅਤੇ ਮੱਧ ਭਾਰਤ, ਅਤੇ ਬਾਅਦ ਵਿੱਚ ਉਹਨਾਂ ਨੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ ਸੀ। ਅਸੀਂ ਪੜ੍ਹਿਆ ਸੀ ਕਿ ਇੱਕ ਰੁਦਰਾ ਰਮਨ ਇੱਕ ਮਸ਼ਹੂਰ ਸ਼ੱਕ ਰਾਜਾ ਹੋਇਆ, ਜਿਸ ਨੇ ਸੁਦਰਸ਼ਨ ਝੀਲ ਦੀ ਮੁਰੰਮਤ ਕਰਾਈ ਸੀ। ਉਸਨੇ 200 ਈਸਵੀ ਵਿੱਚ ਰਾਜ ਕੀਤਾ ਸੀ। ਇਹ ਅਸੀਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਵਿੱਚ ਕਰ ਚੁੱਕੇ ਹਾਂ। ਤਾਂ ਪੱਛਮੀ ਭਾਰਤ ਦੇ ਸ਼ੱਕ ਅਤੇ ਗੰਧਾਰ ਦੇ ਕੁਸ਼ਾਨ, ਇਹ ਅਸੀਂ ਕੀਤੀ ਸੀ ਕਨਿਸ਼ਕ ਹੋਰੀ। ਗੰਧਾਰ ਕਲਾ ਚਲਾਈ ਸੀ ਇਸਨੇ, ਜੋ ਪੱਛਮੀ ਅਤੇ ਯੂਨਾਨੀ ਸੱਭਿਅਤਾ, ਜੋ ਭਾਰਤੀ ਅਤੇ ਯੂਨਾਨੀ ਦੋਨਾਂ ਕਲਾਵਾਂ ਦਾ ਮੇਲ ਸੀ। ਗੰਧਾਰ ਕਲਾ ਉਹ ਭਾਰਤੀ ਅਤੇ ਯੂਨਾਨੀ ਦੋਵਾਂ ਕਲਾ ਦਾ ਸੁਮੇਲ ਸੀ। ਇਹ ਕੁਸ਼ਾਨ ਕਨਿਸ਼ਕ ਦੇ ਸਮੇਂ ਚੱਲੀ ਸੀ। ਤਾਂ ਉੱਤਰ ਪੱਛਮੀ ਸਰਹੱਦੀ ਪ੍ਰਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਕੁਝ ਹਿੱਸੇ ਇਹਨਾਂ ਦੇ ਅਧੀਨ ਸਨ। ਇਹ ਸਾਰਾ ਅਸੀਂ ਕੱਲ੍ਹ ਪੜ੍ਹਿਆ ਸੀ। ਸ਼੍ਰੀਲੰਕਾ ਅਤੇ ਕੁਝ ਹੋਰਨਾਂ ਨੇ ਵੀ ਉਸ ਨਾਲ ਸੰਧੀਆਂ ਕਰਕੇ ਉਸ ਦੀ ਅਧੀਨਤਾ ਸਵੀਕਾਰ ਕਰ ਲਈ ਸੀ। ਦੇਖੋ, ਜੋ ਸ਼ੱਕ ਹੋਏ ਨੇ, ਇਹ ਬਹੁਤ ਖੂੰਖਾਰ ਸਨ। ਅਤੇ ਜੋ ਸਮੁੰਦਰ ਗੁਪਤ ਸੀਗਾ, ਬੜਾ ਸਮਝਦਾਰ ਸੀ। ਉਸਨੇ ਸਿਰਫ ਇਹਨਾਂ ਨੂੰ ਹਰਾਇਆ ਅਤੇ ਇਹਨਾਂ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਮਜਬੂਰ ਕਰ ਦਿੱਤਾ ਸੀ, ਪਰ ਇਹਨਾਂ ਦੇ ਰਾਜਾਂ ਉੱਤੇ ਇਸਨੇ ਅਧਿਕਾਰ ਨਹੀਂ ਕੀਤਾ ਸੀ, ਕਿਉਂਕਿ ਇਸ ਨੂੰ ਪਤਾ ਸੀ ਜੇਕਰ ਉਹ ਅਜਿਹੀ ਗਲਤੀ ਕਰਦਾ ਤਾਂ ਇਸ ਦੀ ਸਥਿਤੀ ਡਾਵਾਡੋਲ ਹੋ ਜਾਏਗੀ। ਤਾਂ ਕਰਕੇ ਇਸਨੇ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਹਰਾਇਆ ਸੀ, ਉਹਨਾਂ ਨੂੰ ਆਪਣੇ ਅਧੀਨ ਕੀਤਾ ਸੀ ਅਤੇ ਉਹਨਾਂ ਦੇ ਰਾਜ ਉਹਨਾਂ ਨੂੰ ਵਾਪਸ ਕਰਦੇ ਸੀ। ਇਸੇ ਤਰ੍ਹਾਂ ਜੋ ਗੁਆਂਢੀ ਸੀ ਸ਼ੱਕ, ਕੁਸ਼ਾਨ,
ਇਹਨਾਂ ਸਾਰਿਆਂ ਨੂੰ ਹਰਾ ਕੇ ਇਸ ਨੇ ਆਪਣੇ ਅਧੀਨ ਕੀਤਾ ਸੀ। ਇਹਨਾਂ ਦੇ ਖੇਤਰਾਂ ਉੱਤੇ ਅਧਿਕਾਰ ਨਹੀਂ ਕੀਤਾ ਸੀ। ਸਮੁੰਦਰਗੁਪਤ ਇੱਕ ਮਹਾਨ ਯੋਧਾ ਅਤੇ ਸ਼ਾਸਕ ਸੀ। ਉਹ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸੀ। ਉਸਨੇ ਬਹੁਤ ਸਾਰੇ ਸੋਨੇ ਦੇ ਸਿੱਕੇ ਜਾਰੀ ਕੀਤੇ, ਬਹੁਤ ਜ਼ਿਆਦਾ। ਕੁਝ ਸਿੱਕਿਆਂ 'ਤੇ ਸਮੁੰਦਰਗੁਪਤ ਨੂੰ ਬੈਠ ਕੇ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ। ਭਾਵ ਸਮੁੰਦਰਗੁਪਤ ਇੱਕ ਸਾਜ਼ ਵਜਾ ਰਿਹਾ। ਉਸਦੇ ਦਰਬਾਰ ਵਿੱਚ ਬਹੁਤ ਸਾਰੇ ਵਿਦਵਾਨ ਅਤੇ ਕਲਾਕਾਰ ਰਹਿੰਦੇ ਸਨ। ਭਾਵ ਇਹ ਵਿਦਵਾਨਾਂ ਅਤੇ ਕਲਾਕਾਰਾਂ ਦੀ ਸਰਪ੍ਰਸਤੀ ਵੀ ਇਹਨਾਂ ਨੇ ਕੀਤੀ। ਚੰਦਰਗੁਪਤ ਦੂਜਾ ਜਾਂ ਵਿਕਰਮਾਦਿੱਤਿਆ। ਤੁਸੀਂ ਉਜੈਨ ਦੇ ਮਸ਼ਹੂਰ ਰਾਜਾ ਵਿਕਰਮਾਦਿੱਤਿਆ ਅਤੇ ਉਸਦੇ ਦਰਬਾਰ ਦੇ 9 ਰਤਨਾਂ ਦੀਆਂ ਕਈ ਕਹਾਣੀਆਂ ਸੁਣੀਆਂ ਹਨ। ਤਾਂ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ, ਜੋ ਕਿ ਅਸੀਂ ਆਮ ਤੌਰ 'ਤੇ ਪਹਿਲਾਂ ਕਿਤਾਬਾਂ ਇੱਕ ਨਾਟਕ ਦੇਖਿਆ ਕਰਦੇ ਸੀ ਵਿਕਰਮ ਬੇਤਾਲ, ਅਤੇ ਇਹ ਉਹੀ ਵਿਕਰਮਾਦਿੱਤਿਆ ਹੈ ਜਿਸ ਦੇ ਮੋਢਿਆਂ ਦੇ ਉੱਤੇ ਇੱਕ ਭੂਤ ਰੂਪੀ ਬੇਤਾਲ ਹਰ ਸਮੇਂ ਸਵਾਰ ਰਹਿੰਦਾ ਸੀ। ਇਸ ਦੀਆਂ ਬੜੀਆਂ ਅਸੀਂ ਕਹਾਣੀਆਂ ਪੜ੍ਹੀਆਂ ਨੇ ਅਤੇ ਬੜੇ ਇਸ ਦੇ ਅਸੀਂ ਨਾਟਕ ਦੇਖੇ ਨੇ। ਤਾਂ ਉਹੀ ਇਹ ਵਿਕਰਮਾਦਿੱਤਿਆ ਅਤੇ ਉਸਦੇ ਦਰਬਾਰ ਦੇ 9 ਰਤਨ ਕਾਲੀਦਾਸ ਹੋਰੀ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਉਹ ਸਮੁੰਦਰਗੁਪਤ ਦਾ ਪੁੱਤਰ ਚੰਦਰਗੁਪਤ ਦੂਜਾ ਹੀ ਸੀ। ਉਸਦੇ ਨਾਂ ਨਾਲ ਜੁੜੀਆਂ ਸਾਰੀਆਂ ਕਹਾਣੀਆਂ ਸ਼ਾਇਦ ਸੱਚ ਨਾ ਹੋਣ ਜਾਂ ਉਸਦੇ ਆਪਣੇ ਜੀਵਨ ਦੀਆਂ ਨਾ ਹੋਣ, ਪਰੰਤੂ ਇਹਨਾਂ ਤੋਂ ਪਤਾ ਚੱਲਦਾ ਹੈ ਕਿ ਉਹ ਪ੍ਰਾਚੀਨ ਕਾਲ ਦਾ ਇੱਕ ਲੋਕ ਪ੍ਰਿਯ ਰਾਜਾ ਸੀ। ਜਿਸ ਤਰ੍ਹਾਂ ਸਮੁੰਦਰਗੁਪਤ ਬਾਰੇ ਅਸੀਂ ਕੀਤਾ ਸੀ ਕਿ ਸਮੁੰਦਰਗੁਪਤ ਇੱਕ ਮਹਾਨ ਜੇਤੂ ਸੀ, ਕਿਉਂਕਿ ਉਸਨੇ ਆਪਣੇ ਆਲੇ ਦੁਆਲੇ ਜਿੰਨੇ ਵੀ ਖੇਤਰ ਸੀ ਸਭ 'ਤੇ ਜਿੱਤ ਪ੍ਰਾਪਤ ਕਰ ਲਈ ਸੀ। ਤਾਂ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ, ਉਸਨੇ ਲਗਭਗ 380 ਤੋਂ ਲੈ ਕੇ 412 ਈਸਵੀ ਤੱਕ ਰਾਜ ਕੀਤਾ। ਉਸਦੀ ਸਭ ਤੋਂ ਮਹੱਤਵਪੂਰਨ ਜਿੱਤ ਪੱਛਮੀ ਭਾਰਤ ਦੇ ਸ਼ਕਾਂ ਉੱਤੇ ਸੀ। ਦੇਖੋ, ਜੋ ਸਮੁੰਦਰਗੁਪਤ ਸੀ, ਉਹਨਾਂ ਨੇ ਇਹਨਾਂ ਸ਼ਕਾਂ ਨੂੰ, ਇਹਨਾਂ ਕਿਸਾਨਾਂ ਨੂੰ ਹਰਾਇਆ ਅਤੇ ਸਿਰਫ ਆਪਣੇ ਅਧੀਨ ਕੀਤਾ ਸੀ। ਪਰ ਚੰਦਰਗੁਪਤ ਦੂਜੇ ਦੇ ਲਈ ਉਸਨੇ ਇੱਕ ਰਾਹ ਪੱਧਰਾ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦੀ ਸ਼ਕਤੀ ਨੂੰ ਕੁਚਲ ਦਿੱਤਾ ਸੀ ਸਮੁੰਦਰਗੁਪਤ ਨੇ, ਪਰ ਉਹਨਾਂ ਦੇ ਖੇਤਰਾਂ 'ਤੇ ਅਧਿਕਾਰ ਨਹੀਂ ਕੀਤਾ ਸੀ। ਤਾਂ ਚੰਦਰਗੁਪਤ ਦੂਜੇ ਨੇ ਮੌਕਾ ਦੇਖ ਕੇ ਇਹਨਾਂ ਸ਼ਕਾਂ ਦੇ ਉੱਤੇ ਅਧਿਕਾਰ ਕਰ ਲਿਆ। ਇਸ ਜਿੱਤ ਨਾਲ ਭਾਰਤ ਉੱਤੇ ਵਿਦੇਸ਼ੀ ਰਾਜ ਖਤਮ ਹੋ ਗਿਆ, ਕਿਉਂਕਿ ਜਿਹੜੇ ਸ਼ਕ ਇਹ ਤਾਂ ਬਾਹਰੋਂ ਮੱਧ ਏਸ਼ੀਆ ਤੋਂ ਆਏ ਸਨ। ਦਿੱਲੀ ਵਿੱਚ ਕੁਤਬ ਮੀਨਾਰ ਦੇ ਕੋਲ ਲੱਗਿਆ ਮਹਿਰੌਲੀ ਜਗ੍ਹਾ ਦਾ ਨਾਂ। ਦਿੱਲੀ ਵਿੱਚ ਕੁਤਬ ਮੀਨਾਰ ਦੇ ਕੋਲ ਲੱਗਿਆ ਲੋਹੇ ਦਾ ਵਿਸ਼ਾਲ ਸਤੰਭ ਇਸ ਦੁਆਰਾ ਹੀ ਬਣਵਾਇਆ ਗਿਆ ਸੀ। ਕਿਹਾ ਜਾਂਦਾ ਕਿ ਜੋ ਉਹ ਸਤੰਭ ਹੈਗਾ, ਉਸ ਨੂੰ ਅੱਜ ਤੱਕ ਕਿਸੇ ਤਰ੍ਹਾਂ ਦੀ ਕੋਈ ਜੰਗ ਨਹੀਂ ਲੱਗੀ। ਪਤਾ ਨਹੀਂ ਉਹ ਕਿਸ ਧਾਤ ਦਾ ਬਣਾਇਆ ਗਿਆ ਸੀਗਾ। ਤਾਂ ਇਹ ਚੰਦਰਗੁਪਤ ਵਿਕਰਮਾਦਿੱਤਿਆ ਨੇ ਬਣਾਇਆ ਸੀ। ਦਿੱਲੀ ਵਿੱਚ ਕੁਤਬ ਮੀਨਾਰ ਦੇ ਕੋਲ ਲੱਗਿਆ ਲੋਹੇ ਦਾ ਵਿਸ਼ਾਲ ਸਤੰਭ, ਭਾਵ ਲੋਹੇ ਦਾ ਕਿਹਾ ਜਾਂਦਾ, ਪਰ ਉਸ ਨੂੰ ਅੱਜ ਤੱਕ ਜਰ ਨਹੀਂ ਲੱਗੀ। ਲੋਹੇ ਦਾ ਵਿਸ਼ਾਲ ਸਤੰਭ ਮਹਿਰੌਲੀ ਜਗ੍ਹਾ ਦਾ ਨਾਂ ਇਸ ਦੁਆਰਾ ਹੀ ਬਣਵਾਇਆ ਗਿਆ ਸੀ। ਦੇਖੋ, ਜੋ ਸਮੁੰਦਰਗੁਪਤ ਸੀਗਾ, ਉਸਦੀ ਜਿੱਤਾਂ ਦਾ ਅਸੀਂ ਕਹਿੰਦੇ ਹਰੀ ਹੁਸੈਨ ਨੇ ਕੀਤਾ ਸੀ ਇਲਾਹਾਬਾਦ ਦੇ ਪੱਥਰ ਸਤੰਭ 'ਚ, ਸਟੋਨ ਪਿਲਰ 'ਚ। ਅਤੇ ਜੋ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ, ਇਹਦੀ ਜਿੱਤ ਬਾਰੇ ਜੋ ਹੈ ਦਿੱਲੀ ਵਿੱਚ ਕੁਤਬ ਮੀਨਾਰ ਦੇ ਨੇੜੇ ਮਹਿਰੌਲੀ ਵਿਖੇ ਜੋ ਲੋਹੇ ਦਾ ਵਿਸ਼ਾਲ ਸਤੰਭ ਹੈ, ਇਸ ਦੁਆਰਾ ਹੀ ਬਣਵਾਇਆ ਗਿਆ। ਇਸ ਸਤੰਭ ਉੱਤੇ ਲਿਖੇ ਲੇਖ ਵਿੱਚ ਚੰਦਰਗੁਪਤ ਦੀਆਂ ਸਫਲਤਾਵਾਂ ਦਾ ਵਰਣਨ ਕੀਤਾ ਗਿਆ ਹੈ। ਇਸ ਲੇਖ ਦੇ ਅਨੁਸਾਰ ਉਸਨੇ ਬੰਗਾਲ ਵਿੱਚ ਰਾਜਿਆਂ ਦੇ ਇੱਕ ਗੁੱਟ ਨੂੰ ਹਰਾਇਆ। ਅਸੀਂ ਪੜ੍ਹਿਆ ਸੀ ਕੁਸ਼ਾਨਾਂ ਦਾ ਬਿਹਾਰ ਤੱਕ ਰਾਜ ਸੀ। ਤਾਂ ਇਹ ਬਿਹਾਰ ਤੋਂ ਅੱਗੇ ਸਾਡਾ ਬੰਗਾਲ ਆ ਜਾਂਦਾ। ਤਾਂ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ ਬੰਗਾਲ ਤੱਕ ਪਹੁੰਚ ਗਿਆ ਸੀ। ਉਸਦੀ ਮਸ਼ਹੂਰੀ ਦੱਖਣੀ ਭਾਰਤ ਵਿੱਚ ਫੈਲੀ ਹੋਈ ਸੀ। ਉਸਨੇ ਸਿੰਧ ਨਦੀ ਨੂੰ ਪਾਰ ਕਰਕੇ ਉੱਤਰੀ ਅਫਗਾਨਿਸਤਾਨ ਵਿੱਚ ਬਲਖ ਦੇ ਖੇਤਰ ਨੂੰ ਵੀ ਜਿੱਤਿਆ ਸੀ। ਦੇਖੋ, ਪਹਿਲਾਂ ਅਫਗਾਨਿਸਤਾਨ ਦਾ ਖੇਤਰ ਜਿੱਤਿਆ ਸੀਗਾ ਚੰਦਰਗੁਪਤ ਮੌਰਿਆ ਨੇ। ਕਿਸ ਤੋਂ? ਸਿਕੰਦਰ ਦੇ ਗਵਰਨਰ ਸੇਲਿਊਕਸ ਨਿਕਾਤੌਰ ਤੋਂ। ਫਿਰ ਅਫਗਾਨਿਸਤਾਨ ਜਿੱਤਿਆ ਸੀਗਾ ਕਨਿਸ਼ਕ ਨੇ। ਤਾਂ ਜੋ ਅਫਗਾਨਿਸਤਾਨ ਵਿੱਚ ਬਲਖ ਦਾ ਖੇਤਰ ਹੈ, ਜਿਸ 'ਤੇ ਪਹਿਲਾਂ ਅਧਿਕਾਰ ਕਨਿਸ਼ਕ ਨੇ ਕੀਤਾ ਸੀ ਅਤੇ ਉਸ ਤੋਂ ਬਾਅਦ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ ਨੇ ਕੀਤਾ ਸੀ।
ਹੋ ਸਕਦਾ ਹੈ ਉਸਨੇ ਖੁੰਖਾਰ ਹੁਣ ਕਬੀਲੇ ਨੂੰ ਹਰਾਇਆ ਹੋਵੇ। ਤਾਂ ਉੱਥੇ ਬਲਖ ਦੇ ਵਿੱਚ ਇੱਕ ਖੁੰਖਾਰ ਕਬੀਲਾ ਸੀ, ਲੜਾਕੂ ਹੁਣ, ਉਸ ਨੂੰ ਇਸਨੇ ਹਰਾਇਆ ਸੀ। ਚੰਦਰਗੁਪਤ ਦੂਜੇ ਨੇ ਬਹੁਤ ਮਾਤਰਾ ਵਿੱਚ ਸੋਨੇ, ਚਾਂਦੀ ਅਤੇ ਤਾਂਬੇ, ਦੇਖੋ ਜੋ ਸਮੁੰਦਰ ਗੁਪਤ ਆ ਉਸਨੇ ਸੋਨੇ ਦੇ, ਚੰਦਰਗੁਪਤ ਦੂਜੇ ਭਾਵ ਵਿਕਰਮਾਦਿੱਤਿਆ ਨੇ ਸੋਨੇ, ਚਾਂਦੀ, ਤਾਂਬੇ ਤਿੰਨੇ ਤਰ੍ਹਾਂ ਦੇ ਸਿੱਕੇ ਜਾਰੀ ਕੀਤੇ। ਉਸਦੇ ਸੋਨੇ ਦੇ ਸਿੱਕੇ ਬਹੁਤ ਸੋਹਣੇ ਸਨ ਅਤੇ ਉਹਨਾਂ ਤੋਂ ਸਾਨੂੰ ਚੰਦਰਗੁਪਤ ਦੀਆਂ ਸਫਲਤਾਵਾਂ ਅਤੇ ਚਰਿੱਤਰ ਦਾ ਪਤਾ ਲੱਗਦਾ ਹੈ। ਚੰਦਰਗੁਪਤ ਭਗਵਾਨ ਵਿਸ਼ਨੂੰ ਦਾ ਭਗਤ ਸੀ, ਕਿਉਂਕਿ ਕਈ ਸਿੱਕਿਆਂ ਉੱਤੇ ਇਸ ਨੂੰ ਜੋ ਪਰਛਾ ਹੈ, ਜੋ ਸ਼ਾਸਤਰ ਹੈ ਵਿਸ਼ਨੂੰ ਦਾ, ਉਹ ਫੜੇ ਹੋਏ ਦਿਖਾਇਆ ਗਿਆ। ਚੰਦਰਗੁਪਤ ਭਗਵਾਨ ਵਿਸ਼ਨੂੰ ਦਾ ਭਗਤ ਸੀ, ਪਰੰਤੂ ਸਾਰੇ ਧਰਮਾਂ ਦਾ ਆਦਰ ਵੀ ਕਰਦਾ ਸੀ। ਉਸਨੇ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ, ਜਿਸ ਦਾ ਅਰਥ ਹੈ ਵੀਰਤਾ ਦਾ ਸੂਰਜ, ਜਿਸ ਦਾ ਅਰਥ ਹੈ ਵੀਰਤਾ ਦਾ ਸੂਰਜ ਭਾਵ ਵੀਰ। ਇਸ ਤੋਂ ਅੱਗੇ ਆ ਗਿਆ ਸਕੰਦਗੁਪਤ। ਚੰਦਰਗੁਪਤ ਦੂਜੇ ਦਾ ਪੋਤਾ ਸੀ। ਜੋ ਸਕੰਦਗੁਪਤ ਸੀਗਾ ਉਹ ਚੰਦਰਗੁਪਤ ਦੂਜੇ ਦਾ ਪੋਤਾ ਸੀ। ਜਿਸ ਤਰ੍ਹਾਂ ਜੋ ਚੰਦਰਗੁਪਤ ਪਹਿਲਾ ਸੀ ਉਹ ਮਹਾਰਾਜਾ ਗੁਪਤ ਦਾ ਪੋਤਾ ਸੀ, ਅਤੇ ਜੋ ਚੰਦਰਗੁਪਤ ਦੂਜਾ ਸੀਗਾ, ਚੰਦਰਗੁਪਤ ਦੂਜਾ ਉਹ ਕਿਹਦਾ ਪੁੱਤਰ ਸੀਗਾ? ਉਹ ਸੀਗਾ ਸਮੁੰਦਰਗੁਪਤ ਦਾ ਪੁੱਤਰ। ਚੰਦਰਗੁਪਤ ਦੂਜਾ ਕਿਸ ਦਾ ਪੁੱਤਰ ਸੀਗਾ? ਉਹ ਸੀਗਾ ਸਮੁੰਦਰਗੁਪਤ ਦਾ ਪੁੱਤ। ਅਤੇ ਜੋ ਸਕੰਦਗੁਪਤ ਹੈ ਉਹ ਚੰਦਰਗੁਪਤ ਦੂਜੇ ਦਾ ਪੋਤਾ ਸੀ। ਸਕੰਦਗੁਪਤ ਚੰਦਰਗੁਪਤ ਦੂਜੇ ਦਾ ਪੋਤਾ ਸੀ। ਉਸਨੇ 454 ਈਸਵੀ ਤੋਂ ਲੈ ਕੇ 467, ਦੇਖੋ ਜੋ ਸਾਡਾ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ ਹੋਇਆ ਉਸਨੇ 380 ਤੋਂ ਲੈ ਕੇ 412 ਈਸਵੀ ਤੱਕ ਰਾਜ ਕੀਤਾ। ਜੋ ਸਕੰਦਗੁਪਤ ਹੈਗਾ ਉਹ ਚੰਦਰਗੁਪਤ ਦੂਜੇ ਦਾ ਪੋਤਾ ਸੀ। ਤਾਂ ਫਿਰ 412 ਤੋਂ ਲੈ ਕੇ 454 ਦਾ ਜੋ ਵਿਚਲਾ ਸਮਾਂ ਰਿਹਾ, ਤਾਂ ਇਸ ਸਮੇਂ ਹੋਰ ਰਾਜੇ ਨੇ ਰਾਜ ਕੀਤਾ ਪਰ ਉਹ ਇੰਨਾ ਪ੍ਰਸਿੱਧ ਨਾ ਹੋ ਸਕਿਆ। ਤਾਂ 454 ਤੋਂ ਲੈ ਕੇ 467 ਈਸਵੀ ਤੱਕ ਰਾਜ ਕੀਤਾ। ਇਹ ਵੀ ਇੱਕ ਮਹਾਨ ਜੇਤੂ ਅਤੇ ਰਾਜਾ ਸੀ। ਉਸਦੇ ਰਾਜਗੱਦੀ 'ਤੇ ਬੈਠਣ ਤੋਂ ਛੇਤੀ ਬਾਅਦ ਹੀ ਉਹਨਾਂ ਨੇ, ਦੇਖੋ ਚੰਦਰਗੁਪਤ ਦੂਜੇ ਨੇ ਬਲਖ ਦੇ ਉੱਤੇ ਅਧਿਕਾਰ ਕੀਤਾ ਸੀ ਅਤੇ ਉੱਥੇ ਹੁਣਾ ਖੁੰਖਾਰ ਕਬੀਲਾ ਹੁਣ ਨੂੰ ਉਸਨੇ ਹਰਾਇਆ ਸੀ। ਪਰ ਜਦੋਂ ਸਕੰਦਗੁਪਤ ਆਇਆ, ਕਿਉਂਕਿ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ ਦੀ ਮੌਤ 412, ਉਸਨੇ ਰਾਜ ਕੀਤਾ 380 ਤੋਂ ਲੈ ਕੇ 412 ਈਸਵੀ ਤੱਕ। ਤਾਂ 412 ਤੋਂ ਲੈ ਕੇ 454 ਤੱਕ ਜੋ ਗੈਪ ਰਹਿ ਗਿਆ, ਉਸ ਗੈਪ ਦੇ ਵਿੱਚ ਜੋ ਰਾਜੇ ਹੋਏ ਉਹ ਇੰਨੇ ਤਾਕਤਵਰ ਨਾ ਹੋ ਸਕੇ, ਤਾਂ ਹੁਣਾਂ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ। ਤਾਂ ਜਦੋਂ ਸਕੰਦਗੁਪਤ ਆਇਆ ਤਾਂ ਉਹਨਾਂ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ। ਸਕੰਦਗੁਪਤ ਨੇ ਉਹਨਾਂ ਨੂੰ ਹਰਾ ਕੇ ਭਾਰਤ ਤੋਂ ਬਾਹਰ ਤਾਂ ਕਰ ਦਿੱਤਾ, ਪੁਸ਼ਿਆਮਿੱਤਰ ਨਾਂ ਦੀ ਇੱਕ ਹੋਰ ਜਾਤੀ ਨੂੰ ਵੀ ਉਸਨੇ ਹਰਾਇਆ। ਤਾਂ ਸਕੰਦਗੁਪਤ ਦੇ ਸਮੇਂ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ। ਤਾਂ ਜਦੋਂ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ ਤਾਂ ਫਿਰ ਗੁਪਤ ਵੰਸ਼ ਦੇ ਜੋ ਅਗਲੇ ਸ਼ਾਸਕ ਸਨ ਉਹ ਇੰਨੇ ਕਾਮਯਾਬ ਨਾ ਹੋ ਸਕੇ। ਪੁਸ਼ਿਆਮਿੱਤਰ ਨਾਂ ਦੀ ਇੱਕ ਹੋਰ ਜਾਤੀ ਨੂੰ ਵੀ ਉਸਨੇ ਹਰਾਇਆ। ਸਕੰਦਗੁਪਤ ਦੇ ਬਾਅਦ ਗੁਪਤ ਵੰਸ਼ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਸਕੰਦਗੁਪਤ ਦੇ ਬਾਅਦ ਕਈ ਗੁਪਤ ਰਾਜੇ ਹੋਏ, ਪਰੰਤੂ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸਨ। ਹੌਲੀ ਹੌਲੀ ਉਹਨਾਂ ਦੇ ਅਧੀਨ ਬਹੁਤ ਸਾਰੇ ਰਾਜੇ ਆਜ਼ਾਦ ਹੋ ਗਏ। ਇਸ ਦੇ ਨਾਲ ਹੀ ਹੁਣਾ ਆਦਿ ਵਿਦੇਸ਼ਾਂ ਦੇ ਹਮਲੇ ਨਾਲ 550 ਈਸਵੀ ਦੇ ਲਗਭਗ ਉਹਨਾਂ ਦਾ ਰਾਜ ਦਾ ਅੰਤ ਹੋ ਗਿਆ। ਦੇਖੋ ਜੋ ਮਹਾਰਾਜਾ ਗੁਪਤ ਸੀ ਉਸਨੇ ਗੁਪਤ ਵੰਸ਼ ਦੀ ਨੀਂਹ ਰੱਖੀ ਸੀ। ਉਸ ਤੋਂ ਬਾਅਦ ਚੰਦਰਗੁਪਤ ਪਹਿਲਾ ਆਇਆ ਸੀ, ਉਸਨੇ 319 ਵਿੱਚ ਰਾਜ ਕੀਤਾ ਸੀ। ਫਿਰ ਸਮੁੰਦਰਗੁਪਤ, ਫਿਰ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ, ਫਿਰ ਮਹਾਨ ਇੱਕ ਰਾਜਾ ਰਿਹਾ ਲਾਸਟ ਵਾਲਾ ਸਕੰਦਗੁਪਤ। ਉਸ ਤੋਂ ਅਗਲੇ ਗੁਪਤ ਵੰਸ਼ ਦੇ ਜੋ ਰਾਜੇ ਸਨ ਉਹ ਇੰਨੇ ਯੋਗ ਨਾ ਹੋ ਸਕੇ। ਤਾਂ 550 ਈਸਵੀ ਦੇ ਲਗਭਗ ਗੁਪਤ ਵੰਸ਼ ਦਾ ਕੀ ਹੋ ਗਿਆ? ਰਾਜ ਦਾ ਅੰਤ ਹੋ ਗਿਆ।